स्वागत है दोस्तों तुहाडा अपना साझा पंजाब टीवी ते। दोस्तों ਗਿਆਨੀ हरप्रीत सिंह जी जथेदार श्री अकाल तख्त साहिब ਦੇ ਵਜੋਂ ਉਹਨਾਂ ਨੇ ਅੱਜ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇੱਕ ਦੋ ਘਟਨਾਵਾਂ ਦਾ ਇਦਾਂ ਦੀਆਂ ਦਾ ਜ਼ਿਕਰ ਕੀਤਾ ਜਿਹੜੀਆਂ ਕਿ ਸੱਚਮੁੱਚ ਹੀ ਪੰਥ ਵਿਰੋਧੀ ਲੋਕਾਂ ਦੇ ਵੱਲੋਂ ਕੀਤੀਆਂ ਗਈਆਂ ਸਾਜ਼ਿਸ਼ਾਂ ਸੀਗੀਆਂ। ਸੋ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੀ ਸੀਗਾ ਔਰ ਉਹਨਾਂ ਦੇ ਖਿਲਾਫ ਬੋਲਣਾ ਔਰ ਉਹਨਾਂ ਦੇ ਉੱਪਰ ਟੀਕਾ ਟਿੱਪਣੀ ਕਰਨੀ ਔਰ ਉਹਨਾਂ ਦੇ ਖਿਲਾਫ ਢੁਕਵੀਂ ਕਾਰਵਾਈ ਕਰਵਾਉਣ ਦੇ ਵਾਸਤੇ ਚਾਰਾਜੋਈ ਕਰਨੀ सरकार दे कोलों भी इदां दा काम भी जिहड़ा सीगा उन्हां दे कोलों कीता जाना चाहिदा सीगा। पर उन्होंने बयान दिते, ठीक लगा कईयां नूं कि चलो वो कुछ बोले तां सही, पर दूजे पासे नाल दी नाल उन्हां ने जिहड़ियां पंथक धिरां ने उन्हां दे उप्पर भी उंगल चुकदिआं होइआं इह किहा कि ये जिहड़ियां पंथक धिरां ने श्री अकाल तख्त साहिब दी मान मर्यादा नूं ढाह लाउण वाला काम करदिआं ने। उन्हां दा कहना मतलब इदां दा कुछ कहना चाहुंदे सीगे कि जिहड़ियां पंथ विरोधी सरकारां ने वो अपने मतलब करिंदिआं दे जरिए अपने करिंदिਆਂ ਦੇ ਜ਼ਰੀਏ ਜਿਹੜੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਮੋਰਚੇ ਸਰਕਾਰਾਂ ਦੇ ਖਿਲਾਫ ਵਿੱਢੇ ਜਾਣੇ ਸੀਗੇ ਵੀ ਉਹਨਾਂ ਮੋਰਚਿਆਂ ਦਾ ਮੂੰਹ ਉਹਨਾਂ ਨੇ ਉਹਨਾਂ ਪੰਥ ਵਿਰੋਧੀ ਤਾਕਤਾਂ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਵੱਲ ਨੂੰ ਹੀ ਕਰ ਦਿੱਤਾ ਹੈਗਾ। ਉਹਨਾਂ ਦਾ ਇਹ ਕਹਿਣਾ ਸੀਗਾ। ਸੋ ਉਹਨਾਂ ਨੇ ਨਾਮ ਨਹੀਂ ਲਿਆ ਕਿਸੇ ਵੀ ਜਥੇਬੰਦੀ ਦਾ, ਪਰ ਕੁੱਲ ਮਿਲਾ ਕੇ ਉਹ ਇਹੀ ਕਹਿਣਾ ਚਾਹੁੰਦੇ ਸੀਗੇ ਕਿ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ, ਭਾਵ ਉਹਨਾਂ ਦਾ ਕਹਿਣ ਦਾ ਜਿਹੜਾ ਹੈਗਾ ਉਹ ਪੰਥ ਵਿਰੋਧੀ ਕਹਿੰਦੇ ਨੇ, ਪਰ ਪੰਥਕ ਹਲਕਿਆਂ ਦੇ ਵਿੱਚ ਚਰਚਾ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਜਿਨ੍ਹਾਂ ਦੇ ਵਿਚਾਰ ਉਹਨਾਂ ਦੇ ਨਾਲ ਨਹੀਂ ਰਲਦੇ, ਜਿਹੜੇ ਇਹ ਸਮਝਦੇ ਨੇ ਕਿ ਬਾਦਲਕਿਆਂ ਦੇ ਹੱਥਾਂ ਵਿੱਚ ਖੇਡਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਅਤੇ ਤਖਤ ਦੇ ਉੱਪਰ ਕਾਬਜ਼ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਵੀ ਇਹ ਉਹਨਾਂ ਦੇ ਹੱਥਾਂ ਵਿੱਚ ਖੇਡਦਿਆਂ ਹੋਇਆਂ ਪੰਥਕ ਹਲਕਿਆਂ ਦੇ ਵਿੱਚ ਵਿਚਰਦੇ ਨੇ ਔਰ ਉਹਨਾਂ ਨੂੰ ਤਾਂ ਕਦੀ ਵੀ ਕੁਝ ਨਹੀਂ ਕਹਿੰਦੇ ਹੈਗੇ, ਨਾ ਹੀ ਉਹਨਾਂ ਦੇ ਵੱਲ ਕਦੀ ਉਂਗਲ ਚੁੱਕਦੇ ਆ, ਨਾ ਹੀ ਉਹਨਾਂ ਦੇ ਖਿਲਾਫ ਕਦੀ ਕੋਈ ਠੋਸ ਕਾਰਵਾਈ ਕਰਨ ਦੀ ਜ਼ਰੂਰਤ ਕਰਦੇ ਆ। ਸੋ ਜਿਹੜੀਆਂ ਦੂਜੀਆਂ ਧਿਰਾਂ ਨੇ, ਜਿਹੜੀਆਂ ਬਾਦਲ ਵਿਰੋਧੀ ਧਿਰਾਂ ਨੇ, ਜਿਹੜੀਆਂ ਪੰਥ ਪ੍ਰਸਤ ਧਿਰਾਂ ਨੇ, ਜਿਹੜੀਆਂ ਪੰਥਕ ਹਲਕਿਆਂ ਦੇ ਵਿੱਚ ਪੰਥ ਦੇ ਜੋ ਮੌਜੂਦਾ ਹਾਲਾਤ ਨੇ, ਮਾੜੇ ਹਾਲਾਤ ਨੇ, ਜੋ ਉਹਨਾਂ ਦੇ ਬਾਰੇ ਹੋਕਾ ਦਿੰਦੇ ਨੇ, ਜਿਹੜੀਆਂ ਧਿਰਾਂ ਖਾਲਸਾਈ ਰਵਾਇਤਾਂ ਨੂੰ ਬਚਾਉਣ ਦੀ ਖਾਤਰ, ਖਾਲਸਾਈ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਦੀ ਖਾਤਰ ਜਾਂ ਹੋਰ ਸਾਰਾ ਕੁਝ ਜੋ ਵੀ ਪੰਥ ਵਿਰੋਧੀ ਹੋ ਰਿਹਾ ਹੈਗਾ ਉਹਨਾਂ ਨੂੰ ਬਚਾਉਣ ਦੀ ਖਾਤਰ ਚਾਰਾਜੋਈ ਕਰਦੀਆਂ ਨੇ। ਸੋ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸਿੱਧਾ ਕਹਿ ਲਓ ਵੀ ਉਹਨਾਂ ਨੂੰ ਟਾਰਗੇਟ ਕਰਨਾ ਸੀਗਾ ਵੀ ਇਹ ਲੋਕ ਜਿਹੜੇ ਨੇ ਸਰਕਾਰ ਦੇ ਹੱਥਾਂ ਵਿੱਚ ਖੇਡ ਕੇ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਦਾ ਯਤਨ ਕਰਦੇ ਨੇ। ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦਾ ਸਿੱਧਾ ਤਕਰੀਬਨ ਕਹਿਣ ਦਾ ਇਹ ਮਤਲਬ ਸੀਗਾ। ਸੋ ਆਪਾਂ ਇਹ ਗੱਲ ਸਮਝਦੇ ਹਾਂ ਕਿ ਲੋੜ ਤਾਂ ਇਸ ਗੱਲ ਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੀਆਂ ਦੂਜੀਆਂ ਧਿਰਾਂ ਨੇ ਉਹਨਾਂ ਨੂੰ ਵੀ ਆਪਣੇ ਕੋਲ ਸੱਦਾ ਦੇਣ ਪਈ, ਕਹਿਣ ਆਓ ਆਪਾਂ ਬੈਠ ਕੇ ਵਿਚਾਰਾਂ ਕਰਦੇ ਹਾਂ, ਜਿਨ੍ਹਾਂ ਗੱਲਾਂ ਦੇ ਉੱਪਰ ਤੁਹਾਨੂੰ ਇਤਰਾਜ਼ ਹੈ ਵੀ ਆਓ ਆਪਾਂ ਮਿਲ ਬੈਠ ਕੇ ਉਹਨਾਂ ਤੋਂ ਕੋਈ ਹੱਲ ਕੱਢ ਲੈਂਦੇ ਹਾਂ। ਪਿਛਲੇ ਦਿਨੀ ਤੁਸੀਂ ਦੇਖਿਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਲੁਧਿਆਣੇ ਜਾਂਦੇ ਆ, ਉੱਥੇ ਉਹਨਾਂ ਦਾ ਵੱਡੀ ਪੱਧਰ ਤੇ ਵਿਰੋਧ ਹੁੰਦਾ। ਵਿਰੋਧ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਸਟੇਟਮੈਂਟ ਦਿੰਦੇ ਨੇ ਕਿ ਸੜਕਾਂ ਤੇ ਰੌਲਾ ਪਾ ਕੇ ਮਸਲਿਆਂ ਦੇ ਹੱਲ ਥੋੜ੍ਹੀ ਨਿਕਲਦੇ ਨੇ, ਮਸਲਿਆਂ ਦੇ ਹੱਲ ਤਾਂ ਬੈਠ ਕੇ ਨਿਕਲਦੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਗਿਆਨੀ ਜੀ ਤੁਸੀਂ ਉਹਨਾਂ ਨੂੰ ਆਪਣੀ ਪੰਥਕ ਬੈਠਕ ਦੇ ਵਿੱਚ, ਜਿਹਨੂੰ ਤੁਸੀਂ ਪੰਥਕ ਬੈਠਕ ਦੱਸਦੇ ਹੋ, ਉਹਦੇ ਵਿੱਚ ਜਦੋਂ ਤੁਸੀਂ ਉਹਨਾਂ ਧਿਰਾਂ ਨੂੰ ਸੱਦਾ ਹੀ ਨਹੀਂ ਦਿੰਦੇ ਹੈਗੇ ਤਾਂ ਫਿਰ ਤੁਸੀਂ ਦੱਸੋ ਉਹ ਤੁਹਾਨੂੰ ਕਿੱਥੇ ਮਿਲਣ, ਕਿੱਥੇ ਬੈਠਣ? ਸੜਕਾਂ 'ਤੇ ਹੀ ਫਿਰ ਉਹ ਘੇਰਨਗੇ ਨਾ। ਆਪਾਂ ਹਾਲਾਂਕਿ ਇਹ ਗੱਲ ਸਮਝਦੇ ਹਾਂ ਕਿ ਜਿਨ੍ਹਾਂ ਦੇ ਨਾਂ ਦੇ ਮੂਹਰੇ ਜਥੇਦਾਰ ਲਫ਼ਜ਼ ਲੱਗਦਾ ਹੋਵੇ ਉਹਨਾਂ ਨੂੰ ਸੜਕਾਂ ਦੇ ਉੱਪਰ ਘੇਰਨਾ ਇਹ ਕੋਈ ਬਹੁਤ ਵਾਜਬ ਗੱਲ ਨਹੀਂ ਹੈ, ਪਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਕਿ ਇਹਦੇ ਲਈ ਆਪਾਂ ਖੁਦ ਹੀ ਜ਼ਿੰਮੇਵਾਰ ਨਹੀਂ ਹੈ? ਇਹ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਸੋਚਣਗੇ ਕਦੀ? ਜਿਨ੍ਹਾਂ ਦੇ ਹੱਥਾਂ ਵਿੱਚ ਉਹ ਖੇਡਦੇ ਨੇ, ਜਿਨ੍ਹਾਂ ਦੇ ਖਿਲਾਫ ਉਹ ਕਦੀ ਆਪਣੇ ਮੂੰਹੋਂ ਇੱਕ ਲਫ਼ਜ਼ ਵੀ ਨਹੀਂ ਬੋਲਦੇ, ਕੀ ਉਹ ਇਹ ਗੱਲ ਸੋਚਣਗੇ ਕਿ ਦੂਜੀਆਂ ਧਿਰਾਂ ਨੇ ਜਿਹੜੀਆਂ ਉਹ ਹੁਣ ਕਰਨ ਕੀ ਤੁਹਾਨੂੰ ਸੜਕਾਂ 'ਤੇ ਹੀ ਨਾ ਘੇਰਨ ਤਾਂ ਫਿਰ ਉਹ ਕਿੱਥੇ ਘੇਰਨ? ਸੋ ਆਪਾਂ ਆਸ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਹੈਗੀ ਆ ਉਹਨੂੰ ਕੋਈ ਵੀ ਢਾਹ ਨਾ ਲਾਵੇ, ਪਰ ਨਾਲ ਆਪਾਂ ਇਹ ਵੀ ਗੱਲ ਸਮਝਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਜਿੱਥੇ ਬਾਕੀ ਧਿਰਾਂ ਨਾ ਲਾਉਣ, ਉੱਥੇ ਤਖਤਾਂ ਦੇ ਉੱਪਰ ਕਾਬਜ਼ ਜਿਹੜੀਆਂ ਧਿਰਾਂ ਨੇ ਉਹ ਵੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਨਾ ਲਾਉਣ। ਸੁਣ ਕੇ ਜਾਇਓ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਆਪਣੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ, ਦੇਖਿਓ ਉਹਨਾਂ ਦਾ ਇਸ਼ਾਰਾ ਕਿੱਧਰ ਸੀਗਾ। ਪਿੱਛੇ ਹਰਿਆਣੇ ਦੇ ਵਿੱਚ ਕੁਰੂਕਸ਼ੇਤਰ ਦੇ ਅੰਦਰ ਇੱਕ ਸੰਮੇਲਨ ਜਿਹੜਾ ਹੈ ਕਿਸਾਨਾਂ ਨੇ ਕੀਤਾ ਸੀ, ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਵੀ ਸ਼ਾਮਲ ਹੋਏ ਸੀ ਤੇ ਉੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਗਾਤਰੇ ਪਾ ਕੇ ਤੇ ਉਸ ਚੱਲਦੇ ਸਮਾਗਮ ਦੇ ਵਿੱਚ ਵਿਘਨ ਪਾਉਣ ਦਾ ਯਤਨ ਕੀਤਾ ਸੀ। ਉਸ ਵਕਤ ਸਿੱਖ ਨੌਜਵਾਨਾਂ ਨੇ, ਹਰਿਆਣੇ ਦੇ ਨੌਜਵਾਨਾਂ ਨੇ ਉਹਨਾਂ ਨੂੰ ਪਕੜਿਆ, ਸ਼ਰਾਰਤੀ ਅਨਸਰਾਂ ਨੂੰ, ਲੇਕਿਨ ਹਰਿਆਣਾ ਸਰਕਾਰ ਨੇ ਜਾਂ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਹਦਾ ਨਤੀਜਾ ਇਹ ਨਿਕਲਿਆ ਕਿ ਉਲਟਾ ਉਹਨਾਂ ਸ਼ਰਾਰਤੀ ਅਨਸਰਾਂ ਨੇ ਸਾਡੇ ਉੱਥੇ ਜਿਹੜੇ ਸਿੱਖ ਆਗੂ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਾਇਆ
ਤੇ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਫਿਰ ਇੱਕ ਵੀਡੀਓ ਰਾਹੀਂ ਧਮਕੀ ਦਿੱਤੀ ਹੈ ਕਿ ਅਸੀਂ 21 ਤਰੀਕ ਨੂੰ ਫਿਰ ਜਿਹੜਾ ਗਾਤਰੇ ਪਾ ਕੇ ਉਸੇ ਤਰ੍ਹਾਂ ਹੀ ਕੁਰੂਕਸ਼ੇਤਰ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਪਹੁੰਚਾਂਗੇ। ਮੈਂ ਸਮਝਦਾ ਹਾਂ ਕਿ ਇਹ ਸ਼ਰਾਰਤੀ ਅੰਸਰ ਜਿਹੜੇ ਆ, ਜੋ ਵੀ ਹੈ, ਕੋਈ ਦੇਵ ਸੈਨਾ ਅਖੌਤੀ ਨਾਂ ਦੀ ਕੋਈ ਜਥੇਬੰਦੀ ਹੈ, ਉਹ ਇਹ ਕੰਮ ਕਰ ਰਹੀ ਹੈ। ਹਰਿਆਣਾ ਸਰਕਾਰ ਨੂੰ ਇਸ ਜਥੇਬੰਦੀ ਨੂੰ ਨਕੇਲ ਪਾਉਣੀ ਚਾਹੀਦੀ ਹੈ। ਇਹ ਜਥੇਬੰਦੀ ਜਿਹੜੀ ਹੈ ਹਰਿਆਣਾ ਸਟੇਟ ਦਾ ਵੀ ਮਾਹੌਲ ਖਰਾਬ ਕਰ ਰਹੀ ਹੈ, ਔਰ ਇਹ ਜਥੇਬੰਦੀ ਜਿਹੜੀ ਹੈ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਕਰਕੇ ਸਿੱਖ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੀ ਦੇਵ ਸੈਨਾ ਨਾਂ ਦੀ ਜਥੇਬੰਦੀ ਹੈ, ਜਿਹਨੇ ਪਿੱਛੇ ਵੀ ਗਾਤਰੇ ਪਾ ਕੇ ਤੇ ਸਿੱਖਾਂ ਨੂੰ ਚੜਾਉਣ ਦਾ ਯਤਨ ਕੀਤਾ ਹੈ, 21 ਤਰੀਕ ਨੂੰ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਕੰਮ ਕਰਾਂਗੇ। ਇਹ ਹਿੰਦੂ ਸਿੱਖਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਪਾੜਾ ਪਾਉਣ ਦਾ ਵੀ ਇੱਕ ਕਿਸਮ ਦਾ ਯਤਨ ਕਰ ਰਹੀ ਹੈ। ਇਹ ਦੋ ਭਾਈਚਾਰਿਆਂ ਦੇ ਵਿੱਚ ਆਪਸੀ ਜਿਹੜੀ ਸਾਂਝ ਹੈ ਉਹਨੂੰ ਤੋੜਨ ਦੇ ਲਈ ਜਿਹੜਾ ਯਤਨ ਕਰ ਰਹੀ ਹੈ। ਹਰਿਆਣਾ ਸਰਕਾਰ ਨੂੰ, ਹਰਿਆਣਾ ਪ੍ਰਸ਼ਾਸਨ ਨੂੰ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ, ਇਹਨਾਂ ਤੇ ਪਰਚੇ ਦਰਜ ਕਰਕੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਤੇ ਜੇ ਕੁਰੂਕਸ਼ੇਤਰ ਦੀ ਧਰਤੀ ਦੇ ਉੱਤੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤੇ ਉਹਦਾ ਜ਼ਿੰਮੇਵਾਰ ਜਿਹੜਾ ਹੈ ਉਹ ਕੇਵਲ ਤੇ ਕੇਵਲ ਹਰਿਆਣਾ ਸਰਕਾਰ ਹੋਊਗੀ ਤੇ ਹਰਿਆਣੇ ਦਾ ਪ੍ਰਸ਼ਾਸਨ ਹੋਊਗਾ। ਕਿਸੇ ਵੀ ਕੀਮਤ ਦੇ ਉੱਤੇ ਇਹਨਾਂ ਨੂੰ ਜਿਹੜਾ ਹੈ ਉਹ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ। ਸ਼ਰਾਰਤਾਂ ਕਰਨ ਤੋਂ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਊਗਾ। ਮੈਂ ਫਿਰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਮਕਸਦ ਜਿਹੜਾ ਹੈ ਸ਼ਰਾਰਤਾਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਸਿੱਖਾਂ ਨੂੰ ਚੜਾਉਣਾ, ਤੇ ਖਾਸ ਤੌਰ ਦੇ ਉੱਤੇ ਜਿਹੜੇ ਵੱਡੇ ਇੱਥੇ ਹਰਿਆਣੇ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਵਸਦੇ ਨੇ ਉਹਨਾਂ ਦੇ ਵਿੱਚ ਤਰੇੜ ਪਾਉਣਾ ਇਹਨਾਂ ਦਾ ਮਕਸਦ ਹੈ। ਤੇ ਇਹ ਆਪਣੇ ਮਕਸਦ ਦੇ ਵਿੱਚ ਕਿਸੇ ਕੀਮਤ ਦੇ ਉੱਤੇ ਕਾਮਯਾਬ ਨਹੀਂ ਹੋਣਗੇ। ਇਹਨਾਂ ਨੂੰ ਸਜ਼ਾਵਾਂ ਜਿਹੜੀਆਂ ਹੈ ਉਹ ਹਰਿਆਣਾ ਸਰਕਾਰ ਜਿਹੜਾ ਖੁਦ ਹੀ ਦੇਵੇ। ਪਿੱਛੇ ਜੇ ਇੱਕ ਹਰਿਆਣਾ ਦੇ ਕਿਸੇ ਨਾਂ ਨਹੀਂ ਮੇਰੇ ਵਿਸਰ ਗਿਆ, ਉਸ ਨੇ ਸਰਦਾਰ ਗੁਰਨਾਮ ਸਿੰਘ ਚੜੂਨੀ ਬਾਰੇ ਬਹੁਤ ਹੀ ਅਪਸ਼ਬਦ ਜਿਹੜੇ ਹੈ ਉਹਨਾਂ ਬਾਰੇ ਬੋਲੇ, ਉਹਨਾਂ ਦੇ ਕੇਸਾਂ ਬਾਰੇ ਬੋਲੇ, ਉਹਨਾਂ ਦੀ ਦਸਤਾਰ ਬਾਰੇ ਬੋਲੇ, ਉਹਨਾਂ ਦੇ ਦਾੜੇ ਬਾਰੇ ਬੋਲੇ। ਇਹ ਸ਼ਬਦ ਜਿਹੜੇ ਉਸ ਵਿਅਕਤੀ ਨੇ ਬੋਲੇ ਹੈ ਉਹ ਕੇਵਲ ਸਰਦਾਰ ਗੁਰਨਾਮ ਸਿੰਘ ਚੜੂਨੀ ਨੂੰ ਨਹੀਂ ਬੋਲੇ ਬਲਕਿ ਪੂਰੇ ਸਿੱਖ ਸਮਾਜ ਨੂੰ ਬੋਲੇ ਹੈ। ਉਹਦੇ ਤੇ ਵੀ ਹਰਿਆਣਾ ਸਰਕਾਰ ਜਿਹੜੀ ਆ ਉਹ ਕਾਰਵਾਈ ਕਰੇ, ਸਖਤ ਤੋਂ ਸਖਤ ਜਿਹੜਾ ਉਹਨੂੰ ਕਾਰਵਾਈ ਕਰਕੇ ਉਹਨੂੰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਬੰਦ ਕਰੇ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੈ ਜਿਹਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ। ਕੋਈ ਸੋਚੀ ਸਮਝੀ ਸਾਜ਼ਿਸ਼ ਹੈ? ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਜਿਹੜੀ ਹੈ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੀ ਹੋ ਰਿਹਾ ਹੈ। ਹਰਿਆਣਾ ਸਟੇਟ ਦਾ ਮਾਹੌਲ ਖਰਾਬ ਕਰਨਾ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਔਰ ਭਾਈਚਾਰਿਆਂ ਦੇ ਵਿੱਚ ਆਪਸੀ ਸਾਂਝ ਨੂੰ ਤੋੜਨਾ, ਇਹ ਮਕਸਦ ਹੋ ਸਕਦੇ ਨੇ ਸ਼ਰਾਰਤੀ। ਇੱਥੇ ਵੀ ਉਹੀ ਕੀਤਾ ਜਾ ਰਿਹਾ, ਜਿਹੜੀ ਨੈਗੇਟਿਵਿਟੀ ਪੈਦਾ ਕੀਤੀ ਜਾ ਰਹੀ, ਸੰਗਤ 'ਚ ਬੰਬਰ ਭੂਸਾ ਪਾਇਆ ਜਾ ਰਿਹਾ, ਜਿਹੜਾ ਨਵੀਨੀਕਰਨ ਦੇ ਨਾਂ ਤੇ ਜਿਹੜਾ ਗੁਰੂ ਰਾਮਦਾਸ ਸਰਾਧ ਦਾ ਕੰਮ ਰੋਕਿਆ ਗਿਆ ਤੇ ਜੋੜੇ ਘਰ ਦਾ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਵੇਖੋ ਇਹ ਸ਼ਰਾਰਤਾਂ ਹੋ ਰਹੀਆਂ ਨੇ। ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਉਸਰੀ ਜਿਹੜੀ ਹੈ ਉਹ ਜਥੇਬੰਦੀ ਹੈ। ਇਹ ਜਿਹੜੇ ਵਿਰੋਧ ਕਰਨ ਵਾਲੇ ਸਾਡੇ ਵੀਰ ਨੇ ਇਹ ਮਤ ਸਮਝਣ ਕਿ ਅਸੀਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡੀਬਿਲਿਟੀ, ਖਾਸ ਤੌਰ ਤੇ ਬੀਬੀ ਜਗੀਰ ਕੌਰ ਦੀ ਕ੍ਰੈਡੀਬਿਲਿਟੀ ਨੂੰ ਢਾਹ ਲਾ ਰਹੇ ਹਾਂ, ਜਾਂ ਅਸੀਂ ਕਿਸੇ ਹੋਰ ਵਿਸ਼ੇਸ਼ ਵਿਅਕਤੀ ਦੀ ਕ੍ਰੈਡੀਬਿਲਿਟੀ ਨੂੰ ਢਾਹ ਲਾ ਰਹੇ ਹਾਂ, ਇਸ ਸੰਸਥਾ ਦੀ ਕ੍ਰੈਡੀਬਿਲਿਟੀ ਨੂੰ ਢਾਹ ਲਾ ਰਹੇ ਆ। ਇਹਨਾਂ ਨੂੰ ਸੋਚਣਾ ਚਾਹੀਦਾ, ਸਮਝਣਾ ਚਾਹੀਦਾ। ਜੇ ਕੋਈ ਇਤਰਾਜ਼ ਹੈ ਤੇ ਸਿੱਖੀ ਨੇ ਤੇ ਪ੍ਰਬੰਧਕ ਵੀ ਸਿੱਖੀ ਨੇ, ਆ ਕੇ ਬੈਠਣ, ਪਿਆਰ ਨਾਲ ਗੱਲਬਾਤ ਕਰਨ। ਕਿਹੜਾ ਮਸਲਾ ਜਿਹੜਾ ਗੱਲਬਾਤ ਦੇ ਰਾਹੀਂ ਹੱਲ ਨਹੀਂ ਹੁੰਦਾ। ਇਸ ਤਰ੍ਹਾਂ ਵਿਰੋਧ ਕਰਨਾ ਜਿਹੜਾ ਉਹ ਠੀਕ ਨਹੀਂ ਹੈ। ਜੇ ਕਿਸੇ ਕਿਸਮ ਦਾ ਕੋਈ ਮਨ 'ਚ ਸ਼ੰਕਾ ਹੈ, ਕੋਈ ਸ਼ੱਕ ਹੈ, ਸ਼ੁਬਾ ਹੈ, ਤੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ, ਅਹੁਦੇਦਾਰਾਂ ਨਾਲ ਬੈਠ ਕੇ ਗੱਲਬਾਤ ਕਰਨ, ਕਿਉਂਕਿ ਅਸੀਂ ਸਾਰੇ ਸਿੱਖ ਹਾਂ ਔਰ ਇਸ ਤਰ੍ਹਾਂ ਸਿੱਖ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਉਲਝਦੇ ਕਿਸੇ ਵੀ ਕੀਮਤ ਦੇ ਉੱਤੇ ਚੰਗੇ ਨਹੀਂ ਲੱਗਦੇ। ਐਕਟੀਵਿਟੀ ਫਲਾਉਣ ਦੇ ਪਿੱਛੇ ਵੀ ਲੱਗਦਾ ਕੋਈ ਮਨਸ਼ਾ? ਇਹ ਵੱਡੀਆਂ ਸਾਜ਼ਿਸ਼ਾਂ ਨੇ ਜੀ। ਸਾਡੀਆਂ ਸਿੱਖ ਸੰਸਥਾਵਾਂ ਦੇ ਖਿਲਾਫ ਜਿਹੜੀ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ, ਇਹਦੇ ਪਿੱਛੇ ਵੱਡੀਆਂ ਸੰਸਥਾਵਾਂ ਕੰਮ ਕਰਦੀਆਂ ਨੇ, ਵੱਡੀਆਂ ਸਾਜ਼ਿਸ਼ਾਂ ਕੰਮ ਕਰਦੀਆਂ ਨੇ। ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਸਾਡੀਆਂ ਸੰਪਰਦਾਵਾਂ ਨੇ, ਦਮਦਮੀ ਟਕਸਾਲ ਹੈ, ਜਿੰਨੇ ਵੀ ਸਾਡੇ ਨਿਹੰਗ ਸਿੰਘ ਜਥੇਬੰਦੀਆਂ, ਇਹਨਾਂ ਦੇ ਪ੍ਰਤੀ ਜਿਹੜੀ ਨੈਗੇਟਿਵਿਟੀ ਫੈਲਾਈ ਜਾਣੀ ਜਿਹੜੀ ਹੈ ਇਹ ਕਿਸੇ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ। ਕੀ ਸਾਜ਼ਿਸ਼ ਕੀਤੀ ਜਾ ਰਹੀ ਹੈ? ਜੂਸ ਸਾਹਿਬ ਨੂੰ ਭੰਗ ਕਰਕੇ ਕੋਈ ਕਬਜ਼ਾ ਜਮਾਉਣਾ ਚਾਹੁੰਦੀ ਸਰਕਾਰਾਂ, ਜਾਂ ਕੀ ਸਾਜ਼ਿਸ਼ ਕੀ ਨਜ਼ਰ ਆ ਰਹੀ ਹੈ? ਮੈਂ ਪਹਿਲਾਂ ਕਹਿ ਚੁੱਕਿਆ ਕਿ ਸਰਕਾਰ ਦੀ ਸ਼ੁਰੂ ਤੋਂ ਹੀ ਮਨਸਾ ਹੈ, 84 ਤੋਂ ਹੀ ਸਰਕਾਰ ਦੀ ਇਹ ਮਨਸ਼ਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵਾਹਦ ਵਿਸ਼ਵ ਦੇ ਵਿੱਚ ਇੱਕ ਐਸੀ ਜਥੇਬੰਦੀ ਹੈ ਜਿਹੜੀ ਡੈਮੋਕ੍ਰੈਟਿਕ ਢੰਗ ਦੇ ਨਾਲ ਚੁਣੀ ਜਾਂਦੀ ਹੈ। ਇਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਤੋੜ ਕੇ ਸਰਕਾਰ ਆਪਣੇ ਹੱਥਾਂ 'ਚ ਲਾਏ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਿਰ ਜੋੜ ਕੇ ਨਹੀਂ ਬੈਠ ਰਹੇ, ਅਸੀਂ ਆਪਸ ਦੇ ਵਿੱਚ ਹੀ ਉਲਝ ਰਹੇ ਹਾਂ। ਕਦੇ ਸਮਾਂ ਹੁੰਦਾ ਸੀ ਜਦੋਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਜਿਹੜੇ ਆ ਉਹ ਦਿੱਲੀ ਵੱਲ ਨੂੰ ਕੂਚ ਕਰਦੇ ਹੁੰਦੇ ਸੀ, ਚੰਡੀਗੜ੍ਹ ਵੱਲ ਨੂੰ ਕੂਚ ਕਰਦੇ ਹੁੰਦੇ ਸੀ। ਉਲਟਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਆਉਣ ਲੱਗ ਪਏ ਆ, ਉਲਟਾ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਆਉਣ ਲੱਗ ਪਏ ਆ। ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੇ ਵਿਰੋਧੀਆਂ ਨੇ
ਅਕਾਲ ਤਖਤ ਸਾਹਿਬ ਤੋਂ ਨਿਕਲਣ ਵਾਲੇ ਮੋਰਚਿਆਂ ਦਾ ਮੂੰਹ ਜਿਹੜਾ ਉਹ ਅਕਾਲ ਤਖਤ ਸਾਹਿਬ ਵਾਲੀ ਕਰ ਦਿੱਤਾ ਹੈ। ਪਰ ਇਹਦਾ ਅਸੀਂ ਕੀ ਹੱਲ ਕੀ ਦੇਖਦੇ ਇਹਦੇ ਲਈ ਸਾਡੇ ਸਿੱਖ ਵਿਦਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਜੀ। ਔਰ ਅਫਸੋਸ ਹੈ ਕਿ ਸਾਡੇ ਸਿੱਖ ਵਿਦਵਾਨ ਜਿਹੜੇ ਨੇ ਉਹ ਵੀ ਮੇਰੇ ਖਿਆਲ ਧੜਿਆਂ ਦਾ ਸ਼ਿਕਾਰ ਹੋ ਗਏ ਨੇ। ਅਸੀਂ ਧੜਿਆਂ ਤੋਂ ਉੱਪਰ ਉੱਠ ਕੇ ਸਾਡੇ ਸਿੱਖ ਵਿਦਵਾਨ ਅੱਗੇ ਆਉਣ, ਸਿੱਖ ਸਕਾਲਰ ਅੱਗੇ ਆਉਣ, ਸਿੱਖ ਬੁੱਧੀਜੀਵੀ ਅੱਗੇ ਆਉਣ, ਸਿੱਖ ਲਾਇਰ ਅੱਗੇ ਆਉਣ, ਸਿੱਖ ਡਾਕਟਰ, ਸਿੱਖ ਵਕੀਲ, ਸਿੱਖ ਇੰਜੀਨੀਅਰ, ਸਾਰੇ ਹੀ ਅਸੀਂ ਬਣਦਾ ਯੋਗਦਾਨ ਪਾਈਏ। ਜਦੋਂ ਅਸੀਂ ਸਾਰੇ ਇੱਕ ਵਾਰ ਜੁੜ ਕੇ ਬੈਠ ਗਏ ਤੇ ਮੈਨੂੰ ਲੱਗਦਾ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਾ। ਜੇ ਸਿੱਖ ਕਕਾਰਾਂ ਦੀ ਅਹਿਮੀਅਤ ਨਹੀਂ ਜਾਣਦਾ ਪ੍ਰਸ਼ਾਸਨ ਜਾਂ ਨਹੀਂ ਜਾਣਦੀ ਸਰਕਾਰ, ਤੇ ਇਸ ਤੋਂ ਵੱਡੀ ਜਿਹੜੀ ਹੈ ਉਹ ਬਦਕਿਸਮਤੀ ਕੀ ਹੋ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਜਾਣਦੇ ਨੇ, ਉਹਨਾਂ ਨੂੰ ਪਤਾ ਹੈ ਪੰਜਾਬ ਦੇ ਪ੍ਰਸ਼ਾਸਨ ਨੂੰ, ਪੰਜਾਬ ਦੀਆਂ ਸਰਕਾਰਾਂ ਨੂੰ ਜਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਪਤਾ ਹੈ ਉਹਨਾਂ ਨੂੰ ਕਿ ਸਿੱਖ ਲਈ ਕਕਾਰਾਂ ਦੀ ਕੀ ਅਹਿਮੀਅਤ ਹੈ। ਕਿਸੇ ਦੱਖਣ ਦੀ ਸਟੇਟ 'ਚ ਹੋਵੇ ਤੇ ਮੰਨੀ ਜਾ ਸਕਦੀ ਹੈ ਗੱਲ ਕਿ ਉਹਨਾਂ ਨੂੰ ਸਮਝ ਨਹੀਂ, ਤੇ ਜੇ ਪਤਾ ਹੋਣ ਦੇ ਬਾਵਜੂਦ ਵੀ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਫਿਰ ਅਸੀਂ ਇੱਕੋ ਹੀ ਅੰਦਾਜ਼ਾ ਲਾਉਂਦੇ ਹਾਂ ਕਿ ਕੋਈ ਸਾਜ਼ਿਸ਼ ਹੈ। ਕੱਲ੍ਹ ਅੰਮ੍ਰਿਤਸਰ 2 ਦਿਨ ਪਹਿਲਾਂ ਅੰਮ੍ਰਿਤਸਰ ਦੀ ਇੱਕ ਮਾਰਕੀਟ 'ਚ ਇੱਕ ਚੋਰ ਫੜਿਆ ਗਿਆ ਸੀ, ਉਹਦੇ ਕੇਸ ਕਤਲ ਕੀਤੇ ਗਏ, ਸਾਰੀ ਵੀਡੀਓ ਬਣਾ ਕੇ ਵਾਇਰਲ ਕੀਤੀ। ਸਾਡੇ ਧਿਆਨ 'ਚ ਆਇਆ ਮਾਮਲਾ ਇਹ, ਫੌਰੀ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਕਿ ਪੜਤਾਲ ਕੀਤੀ ਜਾਏ। ਜੇ ਉਹ ਚੋਰ ਚੋਰੀ ਕਰਦੇ ਸੀ ਤੇ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਉਹਦੇ ਕੇਸ ਕਤਲ ਕੀਤੇ ਜਾਣ, ਉਹਨੂੰ ਪੁਲਿਸ ਦੇ ਹਵਾਲੇ ਕਰੋ, ਉਹਨੂੰ ਸਜ਼ਾ ਦਿਵਾਓ, ਜੇਲ੍ਹ ਭਜਵਾਓ। ਲੇਕਿਨ ਕੇਸ ਕਤਲ ਕਰਨੇ ਇਹ ਮੈਂ ਸਮਝਦਾ ਬਹੁਤ ਵੱਡਾ ਗੁਨਾਹ ਹੈ ਸਾਡੇ ਵਾਸਤੇ। ਸਰ ਕੇਸ ਕੱਟੇ ਗਏ, ਪੁਲਿਸ ਨੂੰ ਉਹਨਾਂ ਨੂੰ ਫੜਾਇਆ ਨਹੀਂ ਗਿਆ, ਨਾ ਕੋਈ ਸ਼ਿਕਾਇਤ ਕੀਤੀ ਗਈ ਜਿਨ੍ਹਾਂ ਨੇ ਚੋਰ। ਬਿਲਕੁਲ ਇਹੀ ਹੈ। ਇਹ ਕਿਤੇ ਨਾ ਕਿਤੇ ਜਿਹੜੇ ਲੋਕ ਇਹਨਾਂ ਦੇ ਮਨਾਂ ਦੇ ਵਿੱਚ ਸਿੱਖਾਂ ਦੇ ਪ੍ਰਤੀ ਬਹੁਤ ਭਾਰੀ ਨਫ਼ਰਤ ਭਰੀ ਹੋਈ ਹੈ